ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਗੋਦ ਅੰਦਰ ਸਜ ਕਰਕੇ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਤਿਗੁਰਾਂ ਦੀ ਪਾਵਨ ਬਾਣੀ ਨਾਲ ਜੁੜ ਕਰਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਆਓ ਆਰੰਭਤਾ ਕਰਨੀ ਕਰੀਏ। ਅੱਜ 94 ਨੰਬਰ ਸ਼ਬਦ ਦੀ ਜਿਹੜੀ ਹੈ ਉਹ ਸੰਥਿਆ ਆਰੰਭ ਹੋਣੀ ਹੈ। ਸੋ ਫਤਿਹ ਬੁਲਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਆਰੰਭ ਕਰਨ ਤੋਂ ਪਹਿਲਾਂ ਥੋੜਾ ਜਿਹਾ ਅੰਕਾਂ ਦੇ ਵੱਲ ਇੱਕ ਵਾਰ ਫਿਰ ਧਿਆਨ ਦੇ ਲਈਏ, ਕਿਉਂਕਿ ਕਾਫੀ ਸਮਾਂ ਹੋ ਗਿਆ ਆਪਾਂ ਨੂੰ ਅੰਕਾਂ ਦੀ ਵਿਚਾਰ ਕੀਤਿਆਂ। ਸੋ ਇਹ ਦੱਸਣਾ ਆਪ ਜੀ ਨਹੀਂ ਹੈ ਕਿ ਕਿਹੜਾ ਅੰਕ ਕਿਸ ਗਿਣਤੀ ਨਾਲ ਸੰਬੰਧਿਤ ਹੈ। ਹਾਂਜੀ, ਪਿਛਲਾ ਸ਼ਬਦ ਹੈ ਜਿਹੜਾ ਅੱਜ ਦੀ ਵਿਆਖਿਆ ਆਰੰਭ ਤੋਂ ਹੋਣ ਤੋਂ ਪਹਿਲਾਂ 2 ਡੰਡੀਆਂ 4 ਅੰਕ ਦਿੱਤਾ ਹੋਇਆ ਹੈ। ਇਹ ਕਾਦੀ ਗਿਣਤੀ ਦਿੱਤੀ ਹੋਈ? ਜਿਨ੍ਹਾਂ ਨੂੰ ਪਤਾ ਉਹ ਹੱਥ ਜ਼ਰੂਰ ਖੜਾ ਕਰਨ। 1 2 3 5 2 ਡੰਡੀਆਂ ਪਾ ਕੇ ਸ਼ਬਦ ਦੇ ਪਿੱਛੇ 4 ਲਿਖਿਆ ਹੋਇਆ, ਉਹਦਾ ਕੀ ਮਤਲਬ ਹੈ? ਸ਼ਬਦ ਦੇ 4 ਪਦੇ, ਕਿਉਂਕਿ ਦੇਖੋਗੇ ਜਦੋਂ ਸ਼ਬਦ ਦੇ ਵਿੱਚ ਕਿ ਤਿਚਰ ਵਸੈਂ ਸੋਹਿਲੜੀ ਵਾਲਾ ਸ਼ਬਦ ਦੇਖੋ, ਉਹਦੇ ਵਿੱਚ 2 ਲਾਈਨਾਂ ਬਾਅਦ 1 ਅੰਕ ਹੈ। ਉਸ ਤੋਂ ਬਾਅਦ ਰਹਾਉ ਹੈ, ਉਹਦੇ ਪਿੱਛੇ ਫਿਰ 1 ਹੈ, ਕਿਉਂਕਿ ਰਹਾਉ ਦੀ ਗਿਣਤੀ ਹੈ ਉਹ ਇਹਨਾਂ ਪਦਿਆਂ ਦੇ ਵਿੱਚ ਨਹੀਂ ਹੁੰਦੀ, ਉਹਦੇ ਪਿੱਛੇ 1 ਅੰਕ ਵੱਖਰਾ ਹੁੰਦਾ ਹੈ। ਉਸ ਤੋਂ ਬਾਅਦ ਦੂਜਾ ਹੈ, ਦੂਜੀ ਕਿਹੜੀ ਪੰਕਤੀ ਹੈ? ਜਿਚਰ ਵਸਿਆ ਕੰਤ ਘਰ, ਉਹਦੇ ਪਿਛਲੇ ਪਾਸੇ 2 ਪੰਕਤੀਆਂ ਤੋਂ ਬਾਅਦ 2 ਹੈ। ਤੀਸਰਾ ਪਦਾ ਹੈ ਫਿਰ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ, ਇਹ ਤੀਜਾ ਪਦਾ ਹੋ ਗਿਆ। ਚੌਥਾ ਪਦਾ ਲਾਸਟ ਵਾਲਾ, ਕਿ ਇੱਥੋਂ ਤੱਕ 4 ਪਦੇ। ਪਦਿਆਂ ਦੇ ਵਿੱਚ ਲਾਈਨਾਂ ਦੀ ਗਿਣਤੀ, ਪੰਕਤੀਆਂ ਦੀ ਗਿਣਤੀ ਵੱਧ ਘੱਟ ਹੋ ਸਕਦੀ ਹੈ। 4-4 ਪੰਕਤੀਆਂ ਵੀ ਆ ਸਕਦੀਆਂ 1-1 ਪਦੇ ਦੇ ਵਿੱਚ, 3-3 ਵੀ ਹੋ ਸਕਦੀਆਂ। ਇਸੇ ਤਰ੍ਹਾਂ ਇੱਥੇ ਇਹ ਹੋ ਗਈ 4 ਗਿਣਤੀ। ਉਸ ਤੋਂ ਬਾਅਦ ਫਿਰ 2 ਡੰਡੀਆਂ ਫਿਰ ਲਿਖਿਆ 23। ਇਹ 23 ਕਾਹਦੀ ਗਿਣਤੀ ਹੈ ਜੀ? ਗੁਰੂ ਅਰਜਨ ਸਾਹਿਬ ਜੀ ਦੇ ਇੱਥੋਂ ਤੱਕ 23 ਸ਼ਬਦ ਹੋ ਗਏ। ਠੀਕ ਹੈ ਜੀ। ਫਿਰ 2 ਡੰਡੀਆਂ ਫਿਰ ਲਿਖਿਆ 93 93। ਇਹਦਾ ਕੀ ਹੈ? ਕਿ ਇਹਨਾਂ 4 ਪਦਿਆਂ ਦੇ ਵਿੱਚ ਟੋਟਲ ਜਿਹੜੇ ਸ਼ਬਦਾਂ ਦੀ ਗਿਣਤੀ ਹੈ ਉਹ 93 ਹੋ ਚੁੱਕੀ ਹੈ। ਕਹਿਣ ਤੋਂ ਭਾਵ ਹੈ ਕਿ ਜਦੋਂ ਤੋਂ ਆਪਾਂ ਸ੍ਰੀ ਰਾਗ ਦੀ ਆਰੰਭਤਾ ਕੀਤੀ ਹੈ ਉਦੋਂ ਤੱਕ ਇਹ 93 ਸ਼ਬਦ ਜਿਹੜੇ ਨੇ ਉਹ ਟੋਟਲ ਹੋ ਚੁੱਕੇ ਨੇ। ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਤੇ ਪਲੱਸ 23 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਵਿੱਚ ਆ ਚੁੱਕੇ ਹਨ। ਸੋ ਆਓ ਅੱਜ ਆਪਾਂ ਅੱਗੇ ਆਰੰਭ ਕਰੀਏ ਜੀ। ਸ੍ਰੀ ਰਾਗ ਮਹਿਲਾ ਪੰਜਵਾਂ ਘਰ ਛੇਵਾਂ। ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ। ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਕਿ ਹੇ ਮੇਰੇ ਮਨ, ਕਿ ਜਿਸ ਪਰਮਾਤਮਾ ਨੇ ਇਹ ਦਿਸਦਾ ਹੋਇਆ ਜਗਤ ਬਣਾਇਆ ਹੈ, ਇਹੀ ਕਿ ਇਹ ਸੰਸਾਰ
बनाया है, सिर्फ वही सृष्टि जिहड़ा है वो रचन वाला है। ਉਹੀ जिन किया आकार, कि ਉਹਨੇ ਇਹ ਜਗਤ ਬਣਾਇਆ ਹੈ ਤੇ ਉਹੀ ਇਹ ਸ੍ਰਿਸ਼ਟੀ ਜਿਹੜਾ ਹੈ ਕਰਨ ਕਾਰਨ ਇੱਕੋ ਹੀ ਕਰਨ ਵਾਲਾ ਹੈ ਜਿਸ ਨੇ ਬਣਾਇਆ, ਕਿਉਂਕਿ ਹੋਰ ਤੇ ਕੋਈ ਬਣਾ ਨਹੀਂ ਸਕਦਾ। ਕਿ ਇਹ ਨਹਿਰਾਂ ਛੋਟੀਆਂ ਮੋਟੀਆਂ ਜਿਹੜੀਆਂ ਇਹ ਤੇ ਜ਼ਰੂਰ ਇਨਸਾਨ ਬਣਾ ਸਕਦੇ ਆ, ਪਰ ਹੁਣ ਦਰਿਆ ਤੇ ਨਹੀਂ ਕੋਈ ਬਣਾ ਸਕਦਾ ਨਾ, ਜਾਂ ਸਮੁੰਦਰ ਤਾਂ ਨਹੀਂ ਕੋਈ ਬਣਾ ਸਕਦਾ। ਕਹਿਣ ਤੋਂ ਭਾਵ ਹੈ ਕਿ ਸਮੁੱਚੀ ਸ੍ਰਿਸ਼ਟੀ ਦੀ ਜਿਹੜੀ ਹੈ ਰਚਨਾ ਉਹ ਮਾਲਕ ਆਪ ਹੀ ਆਪਣੇ ਹੁਕਮ ਦੇ ਨਾਲ ਕਰਦਾ ਹੈ। ਤਿਸਹਿ ਧਿਆਵੋ ਮਨ ਮੇਰੇ ਸਰਬ ਕੋ ਆਧਾਰ, ਆਧਾਰ ਐੜੇ ਨੂੰ ਵੀ ਕਰਨਾ ਹੈ, ਇਹਨੂੰ ਆਧਾਰ ਨਹੀਂ ਪੜਾਂਗੇ, ਆਧਾਰ। ਪਾਤਸ਼ਾਹ ਜੀ ਆਖਣ ਲੱਗੇ ਕਿ ਹੇ ਮੇਰੇ ਮਨ, ਕਿ ਤੇ ਜਿਹੜਾ ਮਾਲਕ, ਜਿਸ ਮਾਲਕ ਨੇ ਇਹ ਸ੍ਰਿਸ਼ਟੀ ਰਚੀ ਹੈ ਉਹ ਸਾਰੇ ਜੀਵਾਂ ਦਾ ਆਧਾਰ ਹੈ। ਆਧਾਰ ਤੋਂ ਭਾਵ ਆਸਰਾ ਹੈ, ਸਹਾਰਾ ਹੈ। ਉਸੇ ਨੂੰ ਹੀ ਜਿਹੜਾ ਹੈ ਧਿਆਉਂਦਾ ਰਹੋ। ਆਖਰੇ ਤਿਸੈ ਧਿਆਵੋ, ਉਸੇ ਨੂੰ ਹੀ ਧਿਆਉਂਦਾ ਰਹੇ, ਉਸੇ ਨੂੰ ਯਾਦ ਕਰਦਾ ਰਹੇ ਜਿਹਨੇ ਸ੍ਰਿਸ਼ਟੀ ਬਣਾਈ ਹੈ, ਜਿਹੜਾ ਜੀਵਾਂ ਦਾ ਆਸਰਾ ਹੈ ਤੇ ਜਿਹੜਾ ਸਭ ਕੁਝ ਕਰਦਾ ਹੈ। ਗੁਰ ਕੇ ਚਰਨ ਮਨ ਮੈਂ ਧਿਆਏ, ਕਿ हे ਭਾਈ ਗੁਰੂ ਦੇ ਚਰਨ ਆਪਣੇ ਮਨ ਵਿੱਚ ਟਿਕਾਈ ਰੱਖ। ਭਾਵ ਕਿ ਹਉਮੈ ਛੱਡ, ਵਿਕਾਰ ਛੱਡ ਤੇ ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਦੇ ਸ਼ਬਦ ਦੇ ਵਿੱਚ ਆਪਣੀ ਜਿਹੜੀ ਹੈ ਉਹ ਸੁਰਤ ਜੋੜ, ਸ਼ਰਧਾ ਬਣਾ। ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ ਰਹਾਉ। ਬੜੇ ਸੌਖੇ ਰੂਪ ਚ ਸਤਿਗੁਰੂ ਜੀ ਸਮਝਾ ਰਹੇ ਹੈ ਕਿ ਆਪਣੀਆਂ ਸਾਰੀਆਂ ਚਤੁਰਾਈਆਂ ਸਿਆਣਪਾਂ ਛੱਡ ਦੇ ਤੇ ਕੀ ਕਰ, ਗੁਰੂ ਦੇ ਸ਼ਬਦ ਰਾਹੀਂ ਉਸ ਸੱਚੇ ਮਾਲਕ ਦੇ ਚਰਨਾਂ ਦੇ ਵਿੱਚ ਆਪਣੀ ਸੁਰਤ ਜੋੜ। ਲਿਵ ਲਾਉਣ ਤੋਂ ਭਾਵ ਲਿਵ ਲਾ, ਆਪਣੀ ਸੁਰਤ ਜਿਹੜੀ ਉਹ ਜੋੜਨਾ ਕਰ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਫਿਰ ਗੁਰੂ ਦਾ ਉਪਦੇਸ਼ ਵਸਦਾ ਹੈ, ਗੁਰੂ ਦਾ ਮੰਤਰ, ਗੁਰੂ ਦਾ ਸ਼ਬਦ ਵਸ ਜਾਂਦਾ ਹੈ ਨਾ, ਵਸਦਾ ਹੈ, ਉਸ ਨੂੰ ਫਿਰ ਕੋਈ ਦੁੱਖ, ਕੋਈ ਕਲੇਸ਼ ਜਿਹੜਾ ਹੈ, ਕੋਈ ਡਰ, ਭੈ ਤੋਂ ਭਾਵ ਡਰ, ਕਿ ਉਹਨੂੰ ਫਿਰ ਕੋਈ ਦੁੱਖ, ਕੋਈ ਕਲੇਸ਼, ਕੋਈ ਡਰ ਹੈ ਜਿਹੜਾ ਉਹ ਪੋ ਨਹੀਂ ਸਕਦਾ, ਭਾਵ ਛੂ ਨਹੀਂ ਸਕਦਾ, ਉਹਦੇ ਨੇੜੇ ਹੈ ਜਿਹੜਾ ਉਹ ਨਹੀਂ ਆਉਂਦਾ ਹੈ। ਕੋਟ ਜਤਨਾ ਕਰ ਰਹੇ, ਗੁਰ ਬਿਨ ਤਰਿਓ ਨਾ ਕੋਏ। ਹਾਂਜੀ, ਇਸ ਪੰਕਤੀ ਦੇ ਅਰਥ ਕੀ ਹੋਣਗੇ? ਯਤਨਾਂ ਦਾ ਕੀ ਅਰਥ ਹੈ? ਯਤਨ ਕਰਨੇ। ਕੋਟ ਦਾ ਕੀ ਅਰਥ ਹੈ? ਕਰੋੜਾਂ। ਕੀ ਅਰਥ ਬਣ ਗਏ ਇਸ ਪੰਕਤੀ ਦੇ? ਕੋਈ ਇੱਕ ਜਣਾ ਕਿ ਲੋਕ ਨੇ ਲੁਕਾਈ ਹੈ ਜਿਹੜੀ, ਉਹ ਕਰੋੜਾਂ ਯਤਨ ਕਰਕੇ ਥੱਕ ਗਈ ਹੈ ਕਿ ਆਪਣੇ ਤਰੀਕੇ ਨਾਲ, ਆਪਣੇ ਮਨ ਦੇ ਨਾਲ ਬੜੇ ਜ਼ਿਆਦਾ ਜਿਹੜੇ ਮਨੁੱਖ ਨੇ, ਜੀਵ ਨੇ, ਲੋਕ ਨੇ, ਉਹ ਕੰਮ ਕਰਦੇ ਨੇ, ਭਾਵ ਕਿ ਯਤਨ ਕਰਦੇ ਨੇ, ਪਰ ਸਤਿਗੁਰੂ ਜੀ ਆਖਦੇ ਨੇ ਗੁਰ ਬਿਨ ਤਰਿਓ ਨਾ ਕੋਈ। ਗੁਰੂ ਦੀ ਸ਼ਰਨ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ ਹੈ ਉਹ ਮਨੁੱਖ ਹੈ। ਜਿਵੇਂ ਪਿਛਲੀ ਪੰਕਤੀ ਦੇ ਵਿੱਚ ਕੀ ਦੱਸਿਆ ਸਤਿਗੁਰੂ ਜੀ ਨੇ? ਦੁੱਖ, ਕਲੇਸ਼ ਅਤੇ ਡਰ, ਤਿੰਨ ਚੀਜ਼ਾਂ ਦੱਸੀਆਂ ਨੇ। ਆਖਣ ਲੱਗੇ ਕਿ ਇਹਨਾਂ ਤੋਂ ਬਚਣ ਲਈ ਮਨੁੱਖ ਬੜੇ ਯਤਨ ਕਰਦਾ ਹੈ, ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਮਨੁੱਖ ਇਹਨਾਂ ਤੋਂ ਬਚ ਨਹੀਂ ਸਕਦਾ। ਭਾਵ ਕੋਈ ਮਨੁੱਖ ਹੈ ਜਿਹੜਾ ਉਹ ਤਰਿਓ ਨਾ ਕੋਈ, ਇਹਨਾਂ ਤੋਂ ਪਾਰ ਨਹੀਂ ਲੰਘ ਸਕਦਾ, ਤਰ ਨਹੀਂ ਸਕਦਾ। ਕਿ ਇਹ ਜਿਹੜੇ ਸੰਸਾਰ ਸਮੁੰਦਰ ਦੇ ਵਿੱਚ ਇਹੀ ਹੈ ਨਾ, ਸੰਸਾਰ ਦੇ ਵਿੱਚ ਹਉਮੈ ਹੈ, ਡਰ ਹੈ, ਵਿਕਾਰ ਹੈ, ਬਸ ਇਹੀ ਕੁਝ ਹੈ ਕਿ ਇਸ ਤੋਂ ਜਿਹੜਾ ਤਰ ਕੇ ਹੈ ਉਹ ਪਾਰ ਨਹੀਂ ਲੰਘ ਸਕਦਾ ਗੁਰੂ ਤੋਂ ਬਿਨਾਂ।
देख दर्शन मन साधारै, पाप सगले जाहे। सतगुरु पातशाह जी आखन लगे कि गुरु का दर्शन करके, देख दर्शन कि गुरु का दर्शन करके जिस मनुख का मन गुरु का आसरा फिर फड़ लेंदा है, कि जिहड़ा फिर गुरु नूं अपना आसरा जिहड़ा बना लेंदा है, मन साधार है, गुरु के शब्द नूं मन जिहड़ा फिर आसरा बना लेंदा, मन जिहड़ा गुरु के नाल ला लेंदा, जुड़ जाता है, पाप सगले जाहे। पातशाह जी आखन लगे फिर उन्हां दे पहले कीते जिहड़े पाप हन, मंदे कर्म हन, वो सारे नाश हो जाते हैं। नाश होने तो भाव वो छुट जाते हैं, वो इन्हां नूं त्याग दिंदे हन, खत्म हो जाते हैं। सहिजे है कि कोई चंगी सिक्ख्या जीवन दे विच आएगी तो आपे मंदे कर्म दूर हो जाएंगे। तो गुरु है ही चंगी सिक्ख्या का दाता, वो जिहड़ा भी आउंदा है उन्हें चंगी सिक्ख्या गुरु पातशाह दिंदे ने, ते वो अपने पहले कीते कर्म पाप आदि ने उन्हां नूं खत्म कर लैंदा है। हाँ तिन कै बलिहारनै, जे गुर की पैरी पाहे। पातशाह जी फिर आख रहे हैं कि फिर जिन्हां दे मन विच शब्द वस जाता है ना, जिहड़े गुरु नाल सुरत जोड़ लेंदे ने, मैं उन्हां भागां वाले बंदियां तो कुर्बान जांदा हां, बलिहार जांदा हां, जिहड़े गुरु दे चरनां ते टै पैंदे हन। पैरी पाही दोवें शब्द नासकी उचारण नाल ने, पैरी पाही नहीं होगा, पैरी पाही की फिर जिहड़े गुरु के चरनां दे विच पैंदे हन, भाव पए रहिंदे हन, जुड़ जांदे हन। जिहड़े साध संगत मन वसै, साच हर का नाओ। साध तो भाव साध संगत विच रिहा सदा स्थिर रहन वाले परमात्मा दा नाम मन विच वस पैंदा है, मन दे विच जिहड़ा है वो वस पैंदा है। साध संगत, संगत नूं भी सिहारी है संगत विच, क्योंकि ये इस्त्री लिंग भी शब्द है। मन वसै मम्मा नन्ने नूं सिहारी है, भाव मन विच वस पैंदा है, वस जांदा है। साच हर का नाम, उस मालक दा सदा स्थिर नाम है जिहड़ा वो हिरदे दे विच वस पैंदा है। सेवड भागी नानका, जिना मन एह पाओ। कि हे नानक वो बंदे भागां वाले ने, वो मनुख भागां वाले ने, जिन्हां दे मन विच साध संगत विच टिकन दा ये प्रेम है। भाव तो भाव प्रेम, कि जिन्हां दे मन दे विच फिर ये प्रेम प्रगट हो जाता है, प्रेम बन जाता साध संगत दे विच निता प्रति जुड़ के गुरु दे शब्द दी विचार करन दा, वो फिर बहुत भागां वाले मनुख हुंदे हन। श्री राग महला पंजवां। इस पंक्ति दे विच दो विश्राम लगणगे। संच हर धन पूज सतगुर, छोड़ सगल विकार। बड़े सौखे शब्द जिहड़े ने अर्थ वो क्लीयर हो गए। पातशाह जी आखन लगे संच हर धन, संच का अर्थ की है जी? इकट्ठा करना। की इकट्ठा करना है? हर धन, कि उस मालक का नाम धन इकट्ठा कर, अते पूज सतगुर, अते अपने गुरु का जिहड़ा है वो सत्कार कर, कि अपने गुरु के शब्द नूं हिरदे दे विच उसार। किसी की पूजा करन दा भाव हुंदा है कि जो तेरा हुक्म है वो मैनूं खिड़े मत्थे प्रवान है, यही पूजा हुंदी है। क्योंकि बहुती वार पूजा शब्द है जिहड़ा वो खास तौर ते बाहरी कर्म कांड के तौर ते वरतिया जांदा, मन्निया जाता है, पर ऐसा है नहीं है। हिरदे दे अंदर उस मालक के नाम की पूजा करनी है, क्योंकि
पूजा लफ्ज़ है जिहड़ा वो बहुते करके समाज दे विच ऐसा ही कि पूजा करनी, बस पूजा पाठ आम कीता भी जांदा, कोई वड्डी गल नहीं है। कि जिहदे नाल इंज कह लीए कि बहुती वार अजकल पूजा इस तरह के अर्थ जी धारण कर गया है कि जिवें बस कि ਉਹਦਾ अंदर नाल कोई संबंध नहीं, बस कोई ग्रंथी होवे जां पंडित होवे जां कोई होए, बस वो आया ते अपना काम करके चला गया, ਉਹਦਾ ਸਾਡੇ अंदर नाल कोई संबंध ना होवे। जे असीं अज ला लईए गल कर लईए भावें अखंड पाठ साहब सहज पाठ सुखमनी साहब दी किसी घर विच करा लिया ते पर ਉਹਦਾ ਸਾਡੇ जीवन ते कोई फर्क ना पिया, समझ लेना सी कि ਉਹ अर्थ ਜਿਹੜੇ ਉਹ ਮੰਨੇ जा रहे ਨੇ ਅੱਜ ਦੇ ਸਮੇਂ ਦੇ ਵਿੱਚ कि बस बाहरों कर लिया, किसी अंदर नाल कोई संबंध नहीं। कि जिवें इशनान तां कर लिया बाहरों पर बाहरों मैल ला लई, अंदर ਉਹੀ गंद भरिया पिया। ਇਹ है पातशाह जी आखन लगे क्योंकि अज के हिसाब नाल जो इस शब्द नूं जिहड़ा है कह दी कि ये अर्थ जिहड़े हो गए ने कि पूजा करनी है, पूजा कराउणी, क्योंकि शब्द बहुत वड्डा है, बहुत वड्डी कम्यूनिटी दे वल्लों इहनूं वरतिया जांदा है। पर सतगुरु पातशाह जी ने पूज सतगुरु पूज करन तो भाव है सत्कार करना, कि जो गुरु पातशाह जी सच्चे गुरु दा सत्कार हिरदे दे विच वसा जिहड़ा है कि जो वो हुक्म करदा उहनूं मन्ना कर। छोड़ सगल विकार, इहदा की अर्थ है जी? सारे विकार छड्ड दे, कि सारे विकार छड्ड दे। सच्चा धन है जिहड़ा वो मालक दा नाम धन है, वो इकट्ठा कर ते गुरु नूं जिहड़ा है हिरदे दे विच सत्कार सहित वसाउणा कर। जिन तू साज सवारिया हर सिमर होए उधार। साज सवारिया भाव बहुत सोहना बनाया है, जिन्हों कहने बड़ा सज्जिया सवरिया शब्द कई बार वरते हैं कि भाव कि बड़ा सोहना बनया होया है। पातशाह जी आखन लगे कि जिन तू साज, साज तो भाव साज के, सवारिया तो भाव सोहना, कि जिस परमात्मा ने तैनू पैदा करके सोहना बनाया है, हर सिमर होए उधार, उसका सिमरन कर ते विकारां तो तेरा फिर जिहड़ा वो बचाओ हो जाएगा। फिर बचेगा तू जे उहदे नाम नाल जुड़ेगा, कि जिन्हें तेनू पैदा किया है उहदे हुक्म विच रहेगा ते सौखा चलेगा। जप मन नाम एक अपार, कि हे मेरे मन जप उस परमात्मा दा नाम जप। नाम एक आधार जो आप ही आप है ते जो बहुत बेअंत है। अपार तो भाव बेअंत है, जिहदा कोई पार नहीं है, जिहदा कोई अंत नहीं है, बहुत बेअंत है जिहड़ा। प्राण मन तन जिन्हें दिया, हृदय का आधार रहाऊ। हाँ जी, हुण इहदे भी आपां अर्थ करिए। प्राण का अर्थ जिंद, कि जिसने ये जिन्हें दिया तो भाव जिसने ये जिंद दिती है, प्राण दिते हन। मन भाव मन दिता है, तन तो भाव ये तन शरीर जिहड़ा है दिता है। अते अगे की हृदय का आधार, जो सब जीवां दे हिरदे दा आसरा है, आधार है, सहारा है। काम क्रोध अहंकार माते, व्याप्या संसार। पातशाह जी आखन लगे कि काम क्रोध अहंकार माते व्याप्या संसार की, जिन्हां बंदियां उत्ते जगत दा जिहड़ा है मोह दबा जिहड़ा पाई रखदा है, ਉਹ ਕਾਮ ਵਿੱਚ क्रोध ਵਿੱਚ ਹੰਕਾਰ ਵਿੱਚ ਫਿਰ ਮਸਤ ਰਹਿੰਦੇ ਹੈ, ਮਾਤੇ ਰਹਿੰਦੇ। ਮਾਤੇ ਤੋਂ ਭਾਵ ਮਸਤ ਰਹਿਣਾ। ਅਤੇ ਇਹ ਸਾਰੇ ਸੰਸਾਰ ਉੱਤੇ ਜਿਹੜਾ ਇਹਦਾ ਦਬਾਅ ਹੈ, ਵਿਆਪਿਆ ਹੋਇਆ ਹੈ।
सारे संसार के उत्ते इहदा जिहड़ा वो दबाव है। इस करके पातशाह जी आखण लगे हन, पौ संत शरणी लाग चरणी, मिटै दुख अंधार। हुण सतगुरु पातशाह जी ने इत्थे शब्द वरतिया है संत, इहदा अर्थ की है? ਜਿਹੜੇ ਤਾਂ ਕਹਿੰਦੇ ਸਾਧ ਸੰਗਤ ਹੈ ਉਹ ਹੱਥ ਖੜਾ ਕਰ ਲੈਣ, ਜਿਹੜੇ ਕਹਿੰਦੇ ਕੋਈ ਦੁਨਿਆਵੀ ਬੰਦੇ ਦੀ ਗੱਲ ਹੈ, ਕੋਈ ਸੰਤ ਦੁਨਿਆਵੀ ਸੰਤ ਦੀ ਗੱਲ ਹੈ, ਉਹ ਖੜਾ ਕਰ ਲੈਣ। ਹੁਣ ਜਿਹੜੇ ਕਹਿੰਦੇ ਇਹਦੇ ਅਰਥ ਗੁਰੂ ਹੈ, ਤੁਸੀਂ ਦੋਵੇਂ ਪਾਸੇ ਹੱਥ ਖੜੇ ਕਰ ਰਹੇ ਹੋ। ਹਾਂਜੀ, ਇਹਦਾ ਅਰਥ ਸੰਤ ਦਾ ਸ਼ਬਦ ਦਾ ਅਰਥ ਬਹੁਤੀ ਵਾਰ ਗੁਰੂ ਹੈ। ਗੁਰਬਾਣੀ ਦੇ ਵਿੱਚ ਸਾਧ ਦਾ ਅਰਥ ਵੀ ਗੁਰੂ ਹੈ। ਪਾਤਸ਼ਾਹ ਜੀ ਆਖਣਗੇ ਪਉ ਸੰਤ ਸ਼ਰਣੀ, ਭਾਵ ਕਿ ਗੁਰੂ ਇਹਨਾਂ ਵਿਕਾਰਾਂ ਤੋਂ ਬਚਣ ਲਈ, ਜੋ ਪਿਛਲੀ ਪੰਕਤੀ ਵਿੱਚ ਗੱਲ ਕੀਤੀ, ਕਾਮ ਕ੍ਰੋਧ ਤੇ ਹੰਕਾਰ ਹੈ, ਕਿ ਇਹਨਾਂ ਵਿਕਾਰਾਂ ਤੋਂ ਬਚਣ ਲਈ ਹੀ ਭਾਈ ਗੁਰੂ ਦੀ ਸ਼ਰਨ ਪਾਓ। ਲਾਗ ਚਰਨੀ, ਗੁਰੂ ਦੀ ਚਰਨੀ ਲੱਗ। ਮਿਟੇ ਦੁਖ ਅੰਧਾਰ, ਗੁਰੂ ਦਾ ਆਸਰਾ ਲਿਆ। ਫਿਰ ਇਹ ਅਗਿਆਨਤਾ ਦਾ ਜਿਹੜਾ ਹੈ ਅੰਧਾਰ, ਇੱਥੇ ਸ਼ਬਦ ਅੰਧਾਰ ਹੈ, ਐੜੇ ਨੂੰ ਟਿੱਪੀ ਹੈ ਅੰਧਾਰ, ਕਿ ਜੇ ਹਾਂਜੀ 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 ਕਿ ਇੱਥੇ ਹੁਣ ਦੇਖੋ ਕਿ ਸਤਿਗੁਰੂ ਜੀ ਨੇ ਟਿੱਪੀ ਵਰਤੀ, ਇਹਦੇ ਨਾਲ ਅਰਥ ਕਿੰਨੇ ਬਦਲ ਗਏ। ਤੇ ਜੇ ਟਿੱਪੀ ਨਾ ਹੁੰਦੀ ਤੇ ਫਿਰ ਕੀ ਕਰਨਾ ਸੀ ਆਪਾਂ? ਉਚਾਰਨ ਆਧਾਰ ਹੋ ਜਾਣਾ, ਫਿਰ ਅਰਥ ਆਧਾਰ ਦਾ ਅਰਥ ਆਸਰਾ ਹੋ ਜਾਣਾ। ਹੁਣ ਟਿੱਪੀ ਨਾਲ ਵੇਖੋ ਕਿੰਨਾ ਅੰਧਾਰ, ਭਾਵ ਹਨੇਰਾ, ਕਿ ਅਗਿਆਨਤਾ ਦਾ ਜਿਹੜਾ ਘੁੱਪ ਹਨੇਰਾ ਹੈ, ਇਹ ਦੁੱਖ ਹੈ ਜਿਹੜਾ ਅਗਿਆਨਤਾ ਦਾ, ਫਿਰ ਇਹ ਮਿਟ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਮਿਟ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਸਤ ਸੰਤੋਖ ਦਇਆ ਕਮਾਵੈ, ਏ ਕਰਨੀ ਸਾਰ। ਪਾਤਸ਼ਾਹ ਜੀ ਆਖਦੇ ਹਨ ਕਿ ਫਿਰ ਜਿਹੜਾ ਸਤ ਸੰਤੋਖ ਦਇਆ ਕਮਾਵੈ, ਇਹ ਕਰਨੀ ਸਾਰ, ਕਿ ਜਿਸ ਵੇਰ ਭਾਗਾਂ ਵਾਲੇ ਮਨੁੱਖ ਨੂੰ ਨਿਰੰਕਾਰ ਪ੍ਰਭੂ ਆਪਣੇ ਨਾਮ ਦੀ ਫਿਰ ਦਾਤ ਜਿਹੜਾ ਹੈ ਦੇ ਦਿੰਦਾ ਹੈ, ਸਤ ਸੰਤੋਖ ਦੀ ਦਾਤ ਜਿਹੜਾ ਹੈ ਦੇ ਦਿੰਦਾ ਹੈ, ਉਹ ਫਿਰ ਆਪਾ ਭਾਵ ਛੱਡ ਕੇ ਉਹ ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ। ਉਹ ਫਿਰ ਸੇਵਾ ਸੰਤੋਖ ਦਇਆ ਦੀ ਕਮਾਈ ਖਾਂਦਾ ਹੈ। ਤੇ ਇਹੀ ਜਿਹੜੀ ਹੈ ਸ੍ਰੇਸ਼ਟ ਉਸ ਵਾਸਤੇ ਕਰਨੀ ਹੈ ਕਿ ਸਤ ਸੰਤੋਖ ਦਇਆ ਕਮਾਵੇ, ਕਿ ਫਿਰ ਉਹ ਇਹਦੀ ਕਮਾਈ ਕਰਦਾ ਹੈ, ਸਤ ਦੀ ਸੰਤੋਖ ਦੀ ਦਇਆ ਦੀ ਕਮਾਈ ਕਰਦਾ ਹੈ। ਅਤੇ ਇਹ ਕਰਨੀ ਸਾਰ, ਇਹ ਉਹਦੇ ਵਾਸਤੇ ਸ੍ਰੇਸ਼ਟ ਜਿਹੜੀ ਕਰਨੀ ਹੈ, ਸੰਭਾਲ ਹੈ। ਆਪ ਛੋੜ ਸਭ ਹੋਏ ਰਿਣਾ, ਜਿਸ ਦੇ ਪ੍ਰਭ ਨਿਰੰਕਾਰ। ਨਿਰੰਕਾਰ ਦਾ ਅਰਥ ਕੀ ਹੈ ਜੀ? ਨਿਰੰਕਾਰ ਨਿਰਾਕਾਰ, ਠੀਕ ਹੈ ਜੀ। ਭਾਵ ਜਿਸ ਦਾ ਆਕਾਰ ਕੋਈ ਨਹੀਂ ਹੈ, ਉਹ ਮਾਲਕ ਪਰਮੇਸ਼ਰ, ਕਿ ਪ੍ਰਭ ਨਿਰੰਕਾਰ, ਕਿ ਜਿਸ ਨੂੰ ਫਿਰ ਆਪਣਾ ਨਾਮ ਉਹ ਮਾਲਕ ਬਖਸ਼ ਦਿੰਦਾ ਹੈ। ਫਿਰ ਆਪ ਛੋੜ ਸਭ ਹੋਏ ਰਹਿਣਾ, ਫਿਰ ਉਹ ਆਪਾ ਭਾਵ ਆਪਣਾ ਆਪਾ ਛੱਡ ਦਿੰਦਾ ਹੈ, ਮੈਂ ਮੇਰੀ ਹੰਕਾਰ ਹਉਮੈ ਤਿਆਗ ਦਿੰਦਾ ਹੈ। ਸਭ ਹੋਏ ਤੇ ਸਭਨਾਂ ਦੀ ਰੇਣ ਜਿਹੜਾ ਹੈ ਉਹਦਾ ਜੀਵਨ ਫਿਰ ਭਾਵ ਨਿਮਾਨਤਾ ਦੇ ਵਿੱਚ ਆ ਜਾਂਦਾ ਹੈ। ਜੋ ਦਿਸੈ ਸੋ ਸਗਲ ਤੂੰ ਹੈ, ਪਸਰਿਆ ਪਾਸਾਰ। ਪਾਤਸ਼ਾਹ ਜੀ ਆਖਣ ਲੱਗੇ ਕਿ ਇਹ ਜਿਹੜਾ ਜਗਤ ਹੈ, ਇਹ ਪ੍ਰਭੂ ਜੋ ਜਗਤ ਦਿਸਦਾ ਹੈ, ਇਹ ਸਾਰਾ ਤੇਰਾ ਹੀ ਰੂਪ ਦਿਸਦਾ ਹੈ, ਤੇਰਾ ਹੀ ਖਲਾਰਾ ਜਾਂ ਇਹ ਖਿਲਾਰਿਆ ਹੋਇਆ ਖਲਾਰਾ ਜਿਹੜਾ ਹੈ ਉਹ ਦਿਸਦਾ ਹੈ, ਕਿ ਜੋ ਵੀ ਹੈ ਸਭ ਕੁਝ ਇਹ ਤੇਰਾ ਹੀ ਹੈ। ਜੋ ਦਿਸੈ ਜੋ ਦਿਸਦਾ ਹੈ, ਸੋ ਸਗਲ ਤੂੰ ਹੈ, ਇਹ ਸਾਰਾ ਕੁਝ ਤੂੰ ਹੀ ਹੈ, ਸਭਨਾ ਸਾਰਾ ਕੁਝ ਤੂੰ ਹੀ ਬਣਾਇਆ ਹੈ। ਪਸਰਿਆ ਪਾਸਾਰ, ਜਿੰਨਾ ਵੀ ਇਹ ਖਲਾਰਾ ਤੂੰ ਸ੍ਰਿਸ਼ਟੀ ਦਾ ਬ੍ਰਹਿਮੰਡਾਂ ਦਾ
कुदरत दा बनाया है, ये सारा तेरा ही है। कहो नानक गुर परम काटिया, सगल ब्रह्म विचार। कि हे नानक आख, गुरु ने जिस मनुख दे मन की फिर भटकना दूर कर दिती है कि गुर भरम काटिया, कि जिहदा फिर भरम कट दिता है ना, क्योंकि मन ही है भरमां दा पुतला, कि जदों ज्ञान नहीं हुंदा फिर मन भटकना दे विच पैंदा है, गलत रस्ता फड़ लैंदा है। इस करके पातशाह कि गुरु ने फिर उहदा भरम कट दिता है, मन दे जिहड़े सारे भरम गुरु ने वो दूर कर दिते हैं। सगल ब्रह्म विचार, फिर उस नूं फिर सारे पासे तेरी सोच ही, तेरा रूप ही जिहड़ा है वो दिसदा है, भाव तू ही उन्होंने हर थां ते जिहड़ा है ब्रह्म विचार, सगल सारे पासे वो ही नजर आउंदा है, वो आप ही जिहड़ा सबना पासे फिर दिसदा है। श्री राग महला पंजवा। दुकृत सुकृत मुंदे, संसार सगलाना। दुकृत भाव दुरी भाव माड़ी कृत, माड़े कर्म। कृत तो भाव करना, कृत की माड़ी कृत, भाव माड़े कर्म। सुकृत चंगी कृत, ते दुकृत जिवें दुरमत अते गुरमत शब्द हैं। दुरमत तो भाव माड़ी मत, गुरमत तो भाव गुरु दी मत। इसे तरह दुकृत तो भाव माड़े कर्म, ते सुकृत तो भाव चंगे कर्म। मुंदे पातशाह जी आखण लगे, मुंदे तो भाव विच संसार सगलाना, सगलाना तो भाव सारा। पातशाह जी आखण लगे कि हे भाई, सारा जगत शास्त्रां दे मिथे होए जिहड़े मंदे कर्मां ते चंगे कर्मां दी विचार विच ही रुझिया होया है, कि इहदे विच ही फसिया होया। इहदे विच जिहड़ा है कि चंगा कर्म है, ये माड़ा कर्म है, ये चंगा कर्म है, माड़ा कर्म है, इहदे विच ही जिहड़ा है वो रुझिया है। दोहों ते रहत भगत है, कोई विरला जाना। विरला जाना कि किसी विरले ने जानिया है कि परमात्मा दी भगती करन वाला मनुख इन्हां दोहां विचारां तो फिर दूर ही रहिंदा है। रहत है तो भाव दूर ही रहिंदा है दोहां तो। चंगे जिहड़े शास्त्रां आदि चंगे ते मंदे कर्म ने, इन्हां तो दूर ही रहिंदा है कि शास्त्र अनुसार दुकृत किहड़े हन ते सुकृत किहड़े हन। पातशाह जी आखण लगे, पर अजिहा बंदा कोई विरला ही लभदा है, कोई विरला ही हुंदा है कि जिहड़ा इस संसार दे चंगे मंदे विचार तो उपर उठ जाता है। कि जिवें समाज दे विच आपां पिछलेरे कई दिनां तो लगातार ही गल करदे आ रहे सन कि कोई कर्म चंगा है, किहड़ा माड़ा है, आ दिन चंगा है, आ माड़ा है, आ पाउण दा समां, सवा दा समां है, आ चढ़दे वाले पासे मूँह, लहिंदे वाले पासे मूँह है। ये सारियां गल्लां कि मनुख फिर इहदे विच ही रुझिया रहिंदा है, क्योंकि ये बहुतियां गल्लां आईयां शास्त्रां दे विचों ने, क्योंकि गुरु ग्रंथ साहिब दे विच सिੱਖੀ दे विच ते है नहीं, पुराने समय तो चलियां आ रहीआं ने। ते दिखावा अज दी मुख जिहड़ी ओह इंज कह ली, गुरु दा जिन्ना चिर आसरा नहीं उन्ना चिर दिखावा है वो मनुख करेगा ही करेगा, कि पल्ले भावें कुछ ना होए पर दिखावा जरूरी है। इसे तरह पातशाह जी आख रहे हैं कि संसार फिर इन्हां चीज़ां दे विच फस जाता है। कई बार कोई काम वैसे ही नेपरे नहीं चढ़ता तो उत्थे फिर एक बहाना चाहिए हुंदा कि नहीं नहीं काम जिहड़ा आपां ठीक समय ते शुरू नहीं कीता सी, उदों आ टाइम होया सी, जे किते इस टाइम ते शुरू कर लेंदे अपने आप ही पूरा हो जाना सी। अपने आप नूं टाइम नहीं थोड़ा कर देना सीगा। जां रस्ते दे विच कोई भी अनसुखावी घटना जां कई बंदियां दे बारे सोच ऐसी बनी हुंदी है कि जे जांदियां राह च मिल जाए, हो आ बंदा मत्थे लग गया, अज ते काम ही नहीं बनना। भावें अपना मन, असल चो बंदा अपना मन तोड़ रहा उत्थे, क्योंकि
ਉਹ ਵਿਕਾਰਾਂ ਦੇ ਮਾਇਆ ਦੇ ਅਧੀਨ ਹੋ ਕੇ ਜਾ ਰਿਹਾ। ਜੇ ਗੁਰੂ ਦਾ ਆਸਰਾ ਲੈ ਕੇ ਜਾਏ ਫਿਰ ਕਿਵੇਂ ਰੁਕ ਜਾਏਗਾ, ਫਿਰ ਕਿਵੇਂ ਉਹਨੂੰ, ਕਿਉਂਕਿ ਉਹਨੂੰ ਉਹਦੀ ਜੋਤ ਦਿਸੇਗੀ ਉਹਦੇ ਵਿੱਚ। ਕਹਿਣ ਤੋਂ ਭਾਵ ਹੈ ਜੇ ਕਿਤੇ ਕੰਮ ਨਾ ਬਣੇ ਫਿਰ ਸਾਰਾ ਕ੍ਰੈਡਿਟ ਹੈ ਜਿਹੜਾ ਉੱਥੇ ਆ ਜਾਂਦਾ ਕਿ ਬਸ ਉਹ ਬੰਦਾ ਅੱਜ ਸਵੇਰੇ ਮੱਥੇ ਲੱਗਾ ਹੈ। ਭਾਵੇਂ ਵੈਸੇ ਵੀ ਕਈ ਵਾਰ ਮਨੁੱਖ ਚਲਾ ਵੀ ਜਾਂਦਾ ਨਾ ਕਾਰਜ ਹੋਏ, ਅੱਜ ਸਵੇਰੇ ਪਤਾ ਨਹੀਂ ਕੌਣ ਮੱਥੇ ਲੱਗਿਆ ਹੈ, ਮੇਰੇ ਕੰਮ ਨਹੀਂ ਬਣਿਆ। ਕਿਸੇ ਨੂੰ ਵੇਖਣ ਦੇ ਨਾਲ ਤੇਰੇ ਕੰਮ ਤੇ ਕੀ ਪ੍ਰਭਾਵ ਹੈ? ਜਾਂ ਕਿਸੇ ਨੇ ਇਹ ਸੋਚ ਲਿਆ ਕਿ ਅੱਜ ਤੂੰ ਉੱਥੇ ਜਾਣਾ, ਮੈਂ ਪਹਿਲਾਂ ਜਾ ਕੇ ਆਖਾਂ ਕਿ ਇਹਦਾ ਕੰਮ ਨਾ ਕਰਿਓ। ਇੰਨੇ ਵਿਹਲੇ ਤਾਂ ਕੋਈ ਬੰਦੇ ਹੈ ਵੀ ਨਹੀਂ, ਤੇ ਨਾ ਹੀ ਇੰਨੀ ਜ਼ਿਆਦਾ ਸਪੀਡ ਆ ਕਿਸੇ ਕੋਲ। ਕਹਿਣ ਤੋਂ ਭਾਵ ਹੈ ਕਿ ਕਈ ਵਾਰ ਮਨੁੱਖ ਦਾ ਆਪਣਾ ਕੰਮ ਕਿਸੇ ਕਾਰਨ ਕਰਕੇ ਨਹੀਂ ਹੁੰਦਾ ਤੇ ਉਹਦੇ ਕੋਲ ਫਿਰ ਬਹਾਨਾ ਜਿਹਾ ਹੋ ਜਾਂਦਾ ਕਿ ਅੱਜ ਤੇ ਆਹ ਕਰਕੇ ਤਾਂ ਨਹੀਂ ਹੋਇਆ, ਨਹੀਂ ਤੇ ਕੰਮ ਤਾਂ ਰੁਕਣਾ ਹੀ ਨਹੀਂ ਸੀ। ਇਹ ਜਿਹੜੀਆਂ ਵਿਚਾਰਾਂ ਨੇ ਚੰਗੇ ਤੇ ਮੰਦੇ ਕਰਮਾਂ ਦੀਆਂ, ਇਹ ਸਾਰੀਆਂ ਸ਼ਾਸਤਰਾਂ ਦੇ ਵਿੱਚੋਂ ਆਈਆਂ ਨੇ ਜ਼ਿਆਦਾਤਰ, ਕਿਉਂਕਿ ਗੁਰਬਾਣੀ ਦੇ ਵਿੱਚ ਤਾਂ ਇੱਕ ਵੀ ਪੰਕਤੀ ਅਜਿਹੀ ਨਹੀਂ ਲਿਖੀ ਕਿ ਆਹ ਕੰਮ ਕਰੋ ਤੇ ਤੁਹਾਨੂੰ ਆਹ ਫਲ ਮਿਲੇਗਾ। ਸਿਰਫ ਇੱਕੋ ਹੀ ਗੱਲ ਹੈ, ਮਾਲਕ ਦਾ ਨਾਮ ਜਪੋ ਤੇ ਗੁਰੂ ਦੇ ਸ਼ਬਦ ਨਾਲ ਜੁੜੋ, ਬਸ ਹੋਰ ਕੋਈ ਗੱਲ ਨਹੀਂ। ਕਿ ਜੋ ਗੁਰੂ ਆਖਦਾ ਉਵੇਂ ਜੀਵਨ ਬਤੀਤ ਕਰ, ਆਪਣੇ ਆਪ ਸਭ ਤੇਰੇ ਕਾਰਜ ਰਾਸ ਹੋ ਜਾਣਗੇ। ਠਾਕੁਰ ਸਰਬੇ ਸਮਾਣਾ, ਠਾਕੁਰ ਤੋਂ ਭਾਵ ਸੁਆਮੀ ਮਾਲਕ। ਗੁਰਬਾਣੀ ਦੇ ਵਿੱਚ ਠਾਕੁਰ ਸ਼ਬਦ ਹੀ ਸਤਿਗੁਰੂ ਜੀ ਨੇ ਵਰਤਿਆ ਹੈ ਬਹੁਤਾਤ ਵਿੱਚ, ਕਿਤੇ ਵੀ ਠਾਕਰ ਨਹੀਂ ਆਉਂਦਾ। ਹੋ ਸਕਦਾ ਹੈ ਇੱਕ ਅੱਧੀ ਵਾਰ ਆਉਂਦਾ ਹੋਵੇ ਤੇ ਉਹ ਖਿਆਲ ਦੇ ਵਿੱਚ ਨਾ ਹੋਵੇ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਵਿਚਾਰ ਕਰਾਂਗੇ। ਪਰ ਕਈ ਵਾਰ ਆਪਾਂ ਹੁਣ ਜਦੋਂ ਸਮਾਪਤੀ ਤੋਂ ਬਾਅਦ ਅਰਦਾਸ ਕਰਾਂਗੇ, ਕਹਿੰਦੇ ਤੂੰ ਠਾਕੁਰ ਤੁਮ ਪੈ ਅਰਦਾਸ, ਪਰ ਬਹੁਤੀ ਵਾਰ ਠਾਕਰ ਹੀ ਬੋਲਿਆ ਜਾਂਦਾ ਹੈ, ਤੂੰ ਠਾਕੁਰ ਤੁਮ ਪੈ ਅਰਦਾਸ। ਇੱਕ ਹੋਰ ਸ਼ਬਦ ਜਿਹੜਾ ਵਿੱਚ ਆਉਂਦਾ ਹੈ ਗੁਰਬਾਣੀ ਦੇ ਵਿੱਚ, ਕਿਉਂਕਿ ਜੋ ਸ਼ਬਦ ਆਪਾਂ ਅਰਦਾਸ ਦੀ ਆਰੰਭਤਾ ਦੇ ਲਈ ਪੜ੍ਹਦੇ ਹਾਂ, ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ, ਇਹ ਚੌਥੀ ਅਸ਼ਟਪਦੀ ਦਾ ਸਭ ਤੋਂ ਅਖੀਰਲਾ ਪਦਾ ਹੈ, 8ਵਾਂ ਪਦਾ ਹੈ ਸੁਖਮਨੀ ਸਾਹਿਬ ਦੇ ਵਿੱਚ। ਚੌਥੀ ਅਸ਼ਟਪਦੀ ਦਾ 8ਵਾਂ ਪਦਾ ਹੈ। ਹੁਣ ਉਹਦੇ ਵਿੱਚ ਲਿਖਿਆ ਤੁਮ ਤੇ ਹੋਏ ਸੋ ਆਗਿਆਕਾਰੀ, ਪਰ ਬਹੁਤੀ ਵਾਰ ਅੱਜ ਵੀ ਸੁਣਨ ਨੂੰ ਪਤਾ ਕੀ ਮਿਲਦਾ, ਤੁਮ ਸੇ। ਅਸੀਂ ਬਾਣੀ ਆਪ ਹੀ ਬਦਲੀ ਜਾ ਰਹੇ ਹਾਂ ਕਿ ਸਭ ਤੋਂ ਵੱਧ ਪਾਠ ਸੁਖਮਨੀ ਸਾਹਿਬ ਦਾ ਹੁੰਦਾ ਹੈ, ਸਾਰੇ ਜਿਹਨੇ ਪੜ੍ਹਦੇ ਨੇ ਉਦੋਂ ਠੀਕ ਪੜ੍ਹ ਲੈਂਦੇ ਆ, ਫਿਰ ਜਦੋਂ ਅਰਦਾਸ ਦੀ ਆਰੰਭਤਾ ਹੁੰਦੀ ਉਦੋਂ ਪਤਾ ਨਹੀਂ ਕਿਉਂ ਆ ਕੇ ਤੁਮ ਸੇ ਤੋਂ ਸ਼ੁਰੂ ਕਰ ਦਿੰਦੇ, ਕਿ ਪਤਾ ਨਹੀਂ ਕੋਈ ਹੋਵੇ ਕਾਰਨ ਕਿ ਅਰਦਾਸ ਹੋਣ ਲੱਗੀ ਤਾਂ ਕਰਕੇ ਗੁਰਬਾਣੀ ਬਦਲ ਦਿਓ। ਹੋ ਸਕਦਾ ਕਿਸੇ ਨੇ ਆਖਿਆ, ਵੈਸਾ ਆਖਿਆ ਤਾਂ ਕਿਸੇ ਨੇ ਨਹੀਂ। ਕਹਿਣ ਦਾ ਭਾਵ ਕਿ ਸੁਣ ਸੁਣ ਕੇ ਇਸੇ ਚੀਜ਼ ਨੂੰ ਪੱਕਾ ਕੀਤਾ ਹੋਇਆ। ਇਸੇ ਕਰਕੇ ਕਿ ਕਈ ਵਾਰ ਅਸੀਂ ਬਿਨਾਂ ਦੇਖੇ ਬਿਨਾਂ ਸਮਝੇ ਸਮਾਜ ਦੇ ਵਿੱਚੋਂ ਕੁਝ ਚੀਜ਼ਾਂ ਸਿੱਖ ਲੈਂਦੇ ਹਾਂ, ਉਹ ਜਿਉਂਦੀਆਂ ਤਿਉਂ ਹੀ ਅਸੀਂ ਧਾਰਨ ਕਰ ਲੈਂਦੇ ਹਾਂ। ਉਵੇਂ ਇਹ ਵਹਿਮ ਭਰਮ ਨੇ। ਇਵੇਂ ਹੁਣ ਗੁਰਬਾਣੀ ਆਪ ਸੁਖਮਨੀ ਸਾਹਿਬ ਦਾ ਪਾਠ ਸਾਰੇ ਕਰਦੇ ਹੋਗੇ, ਲਗਭਗ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਨੇ ਉਹ ਵੀਰਵਾਰ ਨੂੰ ਪਾਠ ਵੀ ਕਰਦੀਆਂ ਨੇ, ਕਾਫੀ ਸੰਗਤ ਜਿਹੜੀ ਆਉਂਦੀ ਜੁੜਦੀ ਹੈ। ਬਹੁਤੇ ਪਰਿਵਾਰ ਨੇ ਜਿਹੜੇ ਉਹ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਘਰਾਂ 'ਚ ਵੀ ਹੁੰਦਾ ਹੈ। ਤੇ ਉੱਥੇ ਤੁਮ ਤੇ ਹੀ ਲਿਖਿਆ, 2 ਵਾਰ ਸ਼ਬਦ ਜਿਹੜਾ ਹੈ ਤੇ ਆਉਂਦਾ ਹੈ, ਪਰ ਸੇ ਹੀ ਪੜਿਆ ਜਾਂਦਾ ਬਹੁਤੀ ਵਾਰ। ਇੱਥੇ ਵੀ ਕਈ ਵਾਰੀ ਫਿਰ ਜਦੋਂ ਆਰੰਭ ਕਰਨੀ ਹੁੰਦੀ ਅਰਦਾਸ, ਫਿਰ ਇੱਕ ਵਾਰੀ ਸੁਣੀਦਾ ਹੈ ਥੋੜਾ ਜਿਹਾ ਰੋਕ ਕੇ, ਪਰ ਸੇ ਦੀ ਆਵਾਜ਼ ਹੀ ਆਉਂਦੀ ਹੈ, ਸੇ ਦੀ ਆਵਾਜ਼ ਹੀ ਆਉਂਦੀ, ਤੇ ਦੀ ਨਹੀਂ ਆਉਂਦੀ। ਇਹ ਜਿਨ੍ਹਾਂ ਦੇ ਖਿਆਲ ਦੇ ਵਿੱਚ ਨਾ ਹੋਵੇ ਉਹ ਸੁਖਮਨੀ ਸਾਹਿਬ ਦਾ ਗੁਟਕਾ ਲੈ ਕੇ ਚੌਥੀ ਅਸ਼ਟਪਦੀ ਜਿਹੜੀ ਹੈ ਉਸ ਦਾ ਅਖੀਰਲਾ ਪਦਾ ਹੈ ਜਿਹੜਾ, ਹਾਂਜੀ ਇਹ ਇੱਕ ਆਪਣਾ ਵੱਖਰਾ ਵਿਸ਼ਾ ਜੀ, ਆਪਾਂ ਫੇਰ ਵਿਚਾਰਾਂਗੇ ਕਿ ਕਿਉਂ ਨਹੀਂ ਕਰਦੇ ਹੈ। ਖੈਰ, ਕਿ ਅਸਲ ਦੇ ਵਿੱਚ ਗੁਰਬਾਣੀ ਜਿਉਂ ਹੈ ਤਿਉਂ ਹੀ ਆਪਾਂ ਜਿਹੜੀ ਉਹ ਉਚਾਰਨ ਕਰਨੀ ਹੈ। ਕਿਉਂਕਿ ਦੇਖੋ ਫਿਰ ਜਿਹੜੇ ਜਾਣ ਕੇ ਕਰਦੇ ਨੇ ਉਹਨਾਂ ਵਾਸਤੇ ਵੇਖੋ ਕਿੰਨੀ ਵੱਡੀ ਸਜ਼ਾ ਸੀ। ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਆਖ ਦਿੱਤਾ ਸੀਗਾ ਕਿ ਭਾਈ ਜਿੱਧਰ ਮੂੰਹ ਚਲਾ ਜਾ ਤੂੰ ਬਾਣੀ ਬਦਲ ਦਿੱਤੀ ਹੈ। ਇਸ ਕਰਕੇ ਅਸੀਂ ਵੀ ਧਿਆਨ ਨਾਲ ਗੁਰਬਾਣੀ ਜਿਹੜੀ ਹੈ ਉਹ ਉਚਾਰਨ ਕਰਨੀ ਹੈ ਕਿ ਕਿਤੇ ਅਸੀਂ ਗਲਤ ਸ਼ਬਦ ਤਾਂ ਨਹੀਂ ਬੋਲ ਰਹੇ ਕਿ ਪੂਰੇ ਦਾ ਪੂਰਾ ਸ਼ਬਦ ਹੀ ਬਦਲ ਰਹੇ। ਖੈਰ, ਠਾਕੁਰ ਸਰਬੇ ਸਮਾਣਾ, ਪਾਤਸ਼ਾਹ ਜੀ ਹਾਂ
आखन लगे हे स्वामी हे मालक तू सब जीवां विच समाया होया है ते सब नूं जिहड़ा है वो पालण वाला है। क्या कहो सुनो स्वामी तू वड पुरख सुजाना रहाओ। तू वड पुरख सुजाना, दो शब्द ने वड पुरख ते सियाणा कि हे मालिक जी तू वड्डा पुरख है, भाव तू वड्डा है, सब तो वड्डा है, सुजाना ते तू जिहड़ा है वो सियाणा भी है ते सर्व व्यापक भी है। इस करके पातशाह जी आख रहे हैं क्या कहो सुनो स्वामी कि तू सब दे दिल दी जानन वाला है। हे स्वामी इस तो वध तेरी बाबत मैं होर की आखां ते की सुना कि तू सब दे अंदर ही है, सब दे दिलां दी जानदा है, सब तो वड्डा है, सारियां दे अंदर समाया होया है। इदों वध मैं होर की आखदा वां, इस तो वध मैं कुछ नहीं आख सकदा क्योंकि इत्थे आके ते समाप्ति हो जाती है। कहन तो भाव है मालिक मैं इन्ना कुछ ही आख सकदा, इदों वध मैं की आखां। मान अभिमान मंदे सो सेवक नाही, मंदे तो भाव विच मान अभिमान मंदे। सतगुरु पातशाह जी समझाउंदे हन कि जिहड़ा जगत वल्लों मिलदे आदर जां निरादरी दे एहसास विच फसिया रहिंदा है, मान अभिमान मंदे कि मान ते अभिमान दे विच फसिया रहिंदा जो लोक ने समाज दे विच दिंदे हन, कोई चंगा आखदा कोई माड़ा आखदा, मान ते अभिमान दिंदे हन। आखण लगे सो सेवक नहीं, वो परमात्मा दा असल सेवक नहीं अखवा सकदा है कि जिहड़ा इन्नी क गल ते हो जाए जां आखे कि मैनू लोग बहुत चंगा कहंदे ने इसे विच ही फुलिया फिरे, जां किसे कारण करके लोग कोई माड़ा कह देन उत्थे आके ओहो हो अज तां मेरी बेइज्जती हो गई, मैं ते बाहर निकलण जोगा नहीं रहा। क्योंकि अजकल इन्नी क सोच जां दिमाग कमजोर हो चुके ने कि जेकर कितों कोई गल हो जाए तो लोग इत्थों तक कि अपनी जीवन लीला समाप्त कर लेंदे कि नहीं नहीं अज तो बाद तो मैं जीण जोगा रहा ही नहीं। क्योंकि वो सिर्फ समाज दे विचों मिलदे मान ते सन्मान दे जिहड़े ने वो भुखे हुंदे ने, वो गुरु दी रजा जां गुरु दे शब्द नाल नहीं जुड़े हुंदे। इस करके क्योंकि पातशाह जी तो साफ साफ कहते हैं दुनिया कियां वडियाइयां कवने आ मैं कहूँ कि किसे कम नहीं, भावें कोई चंगा आखे कोई माड़ा आखे। ऐदां तो फिर गुरु नानक साहब जी नूं बड़े वट्टे मारे सी, भूतना भी आख्या सी, बेताला भी आख्या सी, बड़ा कुछ कहा सी। फिर गुरु नानक साहब तो घरे बैठे ने, वो कहंदे कोई गल नहीं इत्थे तुसीं रहो असीं अगांह चलदे हां। कहण तो भाव है कि समाज है कि जिवें कहंदे हुंदे आ ना कि दातरी नूं एक पासे ते दुनिया नूं दो पासे। कोई जिन्ना मर्जी चंगा बन जाए, 10 क बंदे सिफत सलाह कर देंगे, 10 क आखणगे नहीं चंगा नहीं, 10 क कहणगे मेरे अगे कि हाँ ठीक सी। कहण तो भाव है दुनिया कदे खुश नहीं हुंदी। इस करके पातशाह जी आख रहे ने कि जिहड़ा फिर बंदा जगत दे विच मान जां निरादर दा जिहड़ा एहसास करदा है ना कि मैनूं मान मिले जां जिहड़ा है जिस नूं निरादर मिले ते उहदा एहसास करे, इन्हां चीज़ां दे एहसास विच गुरु दे शब्द तो बेमुख होके जिहड़ा है वो फसिया रहिंदा है, वो मालक दा सेवक नहीं। तत् समदर्शी संतो कोई कोट मंदाही, तत् भाव मूल वो मालक प्रभु, तत् है जो इस संसार दा वो मालक ही है। कि तत् समदर्शी, समदर्शी तो भाव सम तो भाव बराबर, दर्शी तो भाव देखना कि सारियां नूं बराबर देखण वाला, कि जिहड़ा सारियां नूं किसे नाल वाध घाट नहीं करदा कि किसे नूं कुछ ज्यादा दे रहा किसी नूं माड़ा देख रहा, उहदा जो हुक्म है उस अनुसार जीवां नूं मिल रहा, वो सारियां नूं इक्को जिहा रखदा है। संतो कि हे संत जनो वो मालक दा जिहड़ा जगत दा जिहड़ा मूल प्रभु है वो सारियां नूं इक्को निगाह दे नाल वेखदा है, सारियां वास्ते उहदा इक्को ही जिहड़ा हुक्म है, कोई कोट मंदाही। पातशाह जी आखण लगे कि
ਇਹੋ ਇੱਕੋ ਜਿਹੀ ਪ੍ਰੇਮ ਦੀ ਨਿਗਾਹ ਨਾਲ ਵੇਖਣ ਵਾਲਾ ਬੰਦਾ ਕਰੋੜਾਂ ਵਿੱਚੋਂ ਕੋਈ ਇੱਕ ਹੀ ਹੁੰਦਾ ਹੈ। ਕਿ ਜਿਵੇਂ ਮਾਲਕ ਦੇਖਦਾ ਹੈ ਨਾ ਸਭ ਨੂੰ, ਉਵੇਂ ਫਿਰ ਕਰੋੜਾਂ ਚੋਂ ਕੋਈ ਇੱਕ ਹੀ ਹੁੰਦਾ ਜਿਵੇਂ ਸੰਸਾਰ ਨੂੰ, ਜਿਹੜਾ ਸੰਸਾਰ ਨੂੰ ਇੱਕ ਨਿਗਾਹ ਦੇ ਨਾਲ ਹੀ ਦੇਖਦਾ ਹੈ ਕਿ ਹਾਂ ਸਾਰਿਆਂ ਦੇ ਅੰਦਰ ਉਹਨੂੰ ਚੰਗੇ ਮੰਦੇ ਦੇ ਵਿੱਚੋਂ ਮਾਲਕ ਹੀ ਨਜ਼ਰ ਆਉਂਦਾ ਹੈ। ਭਾਈ ਕਨ੍ਹਈਆ ਜੀ ਦੀ ਦੇਖੋ ਕਿੱਡੀ ਵੱਡੀ ਉਦਾਹਰਨ ਹੈ ਕਿ ਦੁਸ਼ਮਣ ਲੜਦੇ ਹੋਏ ਵਿੱਚੋਂ ਵੀ ਗੁਰੂ ਗੋਬਿੰਦ ਸਿੰਘ ਨਜ਼ਰ ਆਉਂਦਾ ਹੈ। ਕਿ ਜਦੋਂ ਸ਼ਿਕਾਇਤ ਹੁੰਦੀ ਹੈ ਨਾ ਕਿ ਸਤਿਗੁਰੂ ਜੀ ਅਸੀਂ ਜ਼ਖਮੀ ਕਰਕੇ ਵੈਰੀ ਨੂੰ ਥੱਲੇ ਸੁੱਟਦੇ ਹਾਂ, ਤੇ ਇਹ ਜਿਹੜਾ ਸਿੱਖ ਹੈ, ਇਹ ਭਾਈ ਕਨ੍ਹਈਆ ਹੈ, ਇਹ ਪਾਣੀ ਪਿਆ ਕੇ ਫਿਰ ਸਾਡੇ ਬਰਾਬਰ ਲੜਨ ਲਈ ਖੜੇ ਕਰਨ ਦਾ, ਇੰਨੀ ਗਰਮੀ ਹੈ। ਉਹ ਜਦੋਂ ਪੇਸ਼ੀ ਹੋਈ ਤੇ ਆਖਣ ਲੱਗੀ ਕਿ ਭਾਈ ਕਨ੍ਹਈਆ ਜੀ ਤੁਹਾਡੀ ਆ ਸ਼ਿਕਾਇਤ ਆਈ ਹੈ ਕਿ ਇਹ ਸਿੰਘ ਲੜਦੇ ਨੇ ਜਾਨ ਤੇ ਖੇਡ ਕੇ, ਤੇ ਉਹਨਾਂ ਨੂੰ ਫੱਟੜ ਕਰਦੇ ਨੇ, ਥੱਲੇ ਡੇਗਦੇ ਨੇ, ਤੁਸੀਂ ਫਿਰ ਪਾਣੀ ਪਿਆ ਕੇ ਉਹਨੂੰ ਲੜਨ ਦੇ ਲਈ ਬਰਾਬਰ ਕਰ ਦਿੰਦੇ ਹੋ। ਆਖਣ ਲੱਗੇ ਸਤਿਗੁਰੂ ਜੀ ਮੈਨੂੰ ਉੱਥੇ ਕੋਈ ਦਿਸਦਾ ਹੀ ਨਹੀਂ, ਨਾ ਤੇ ਮੈਨੂੰ ਕੋਈ ਸਿੱਖ ਦਿਸਦਾ, ਨਾ ਕੋਈ ਮੈਨੂੰ ਉੱਥੇ ਮੁਗਲ ਦਿਸਦਾ ਹੈ, ਵਿਰੋਧੀ ਦਿਸਦਾ, ਮੈਨੂੰ ਸਾਰਿਆਂ 'ਚ ਹੀ ਤੁਸੀਂ ਦਿਸਦੇ ਹੋ, ਮੈਂ ਕਰਾਂ ਕੀ? ਮੈਂ ਤੇ ਤੁਹਾਨੂੰ ਪਾਣੀ ਪਿਆਉਣਾ, ਮੈਂ ਤੇ ਕਿਸੇ ਹੋਰ ਨੂੰ ਪਿਆਉਂਦਾ ਹੀ ਨਹੀਂ। ਵੇਖੋ ਕਿੰਨੀ ਵੱਡੀ ਗੱਲ। ਫਿਰ ਪਾਤਸ਼ਾਹ ਜੀ ਆਖਣ ਲੱਗੇ ਇਹ ਗੱਲ ਹੈ, ਆਖਣ ਲੱਗੇ ਫਿਰ ਮਲਮ ਪੱਟੀ ਵੀ ਲੈ ਜਾ, ਹੁਣ ਫਿਰ ਜ਼ਖਮਾਂ ਦੇ ਉੱਤੇ ਪੱਟੀ ਵੀ ਕਰਿਆ ਗਿਆ। ਕਰੋੜਾਂ 'ਚ ਕੋਈ ਇੱਕ ਹੀ ਹੁੰਦਾ ਹੈ ਕਿ ਜਿਹੜਾ ਫਿਰ ਉਸ ਮਾਲਕ, ਕਿਉਂਕਿ ਜਿਹੜਾ ਮਾਲਕ ਦੇ ਨਾਲ ਇੱਕਮਿਕ ਹੋ ਜਾਂਦਾ ਹੈ, ਫਿਰ ਉਹ ਉਸ ਮਾਲਕ ਦੀ ਤਰ੍ਹਾਂ ਹੀ ਸੰਸਾਰ ਦੇ ਵਿੱਚ ਪੇਸ਼ ਆਉਂਦਾ ਹੈ। ਕਹਿਨ ਕਹਾਵਣ ਇਹ ਕੀਰਤ ਕਰਲਾ, ਕਹਿਨ ਤੇ ਕਹਾਵਣ ਕਿ ਗਿਆਨ ਆਦਿਕ ਦੀਆਂ ਗੱਲਾਂ ਨਿਰੀਆਂ ਆਖਣੀਆਂ ਜਾਂ ਕਹਾਵਣ ਅਖਵਾਉਣੀਆਂ। ਪਾਤਸ਼ਾਹ ਜੀ ਆਖਣਗੇ ਇਹ ਕੀਰਤ ਕਰਲਾ, ਇਹ ਰਸਤਾ ਹੈ ਦੁਨੀਆ ਤੋਂ ਸ਼ੋਭਾ ਖੱਟਣ ਦਾ, ਕਿ ਬਸ ਕੁਝ ਗੱਲਾਂ ਗਿਆਨ ਦੀਆਂ ਆਪਣੇ ਕੋਲੋਂ ਕਰ ਲਈਆਂ ਤੇ ਕੁਝ ਕਿਸੇ ਕੋਲੋਂ ਅਖਵਾ ਲਈਆਂ ਕਿਸੇ ਤਰੀਕੇ ਦੇ ਨਾਲ। ਇਹ ਹੈ ਸਿਰਫ ਦੁਨੀਆ ਤੇ ਸ਼ੋਭਾ, ਕਿ ਸਿਰਫ ਗਿਆਨ ਗਿਆਨ ਹੋਣਾ, ਗਿਆਨ ਦੇ ਅਨੁਸਾਰ ਹੀ ਨਾ ਹੋਣਾ, ਗਿਆਨ ਜੀਵਨ ਵਿੱਚ ਨਾ ਹੋਣਾ, ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਨਾ, ਕਹਿੰਦੇ ਸਿਰਫ ਇਹ ਉਤਲੇ ਪਾਸੇ ਦੀਆਂ ਗੱਲਾਂ ਜਿਹੜੀਆਂ ਹਨ ਉਹ ਕਰਨੀਆਂ। ਕਥਨ ਕਹਿਨ ਤੇ ਮੁਕਤਾ, ਗੁਰਮੁਖ ਕੋਈ ਵਿਰਲਾ। ਪਾਤਸ਼ਾਹ ਜੀ ਆਖਣ ਲੱਗੇ ਕੁਝ ਬੰਦੇ ਤਾਂ ਇਹ ਨੇ ਜਿਹੜੀਆਂ ਸਿਰਫ ਜ਼ਬਾਨੀ ਗਿਆਨ ਦੀਆਂ ਗੱਲਾਂ ਕਰਦੇ ਨੇ, ਪਰ ਗੁਰਮੁਖ ਕੋਈ ਵਿਰਲਾ। ਆਖਣ ਲੱਗੇ ਗੁਰੂ ਦੀ ਸ਼ਰਨ ਪਿਆ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੋ ਕਥਨ ਕਹਿਣ ਤੇ ਮੁਕਤਾ, ਕਿ ਜਿਹੜਾ ਇਹਦੇ ਤੋਂ ਬਾਹਰ ਹੈ, ਕਿ ਜੋ ਗਿਆਨ ਦੀਆਂ ਇਹ ਜ਼ਬਾਨੀ ਗੱਲਾਂ ਆਖਣ ਤੋਂ ਆਜ਼ਾਦ ਰਹਿੰਦਾ ਹੈ, ਕਿ ਸਿਰਫ ਮੂੰਹ ਤੋਂ ਆਖਦਾ ਨਹੀਂ, ਉਹ ਜ਼ਬਾਨੀ ਗੱਲਾਂ ਨਹੀਂ ਕਰਦਾ, ਕਿ ਆਪ ਕਰੇ ਨਾ ਤੇ ਲੋਕਾਂ ਨੂੰ ਸਿੱਖਿਆ ਦੇ, ਆਪ ਕਰੇ ਨਾ ਦੂਜਿਆਂ ਨੂੰ ਆਖੇ ਤੁਸੀਂ ਆਹ ਕਰੋ, ਆਪਦੇ ਜੀਵਨ ਵਿੱਚ ਹੋਏ ਨਾ। ਪਾਤਸ਼ਾਹ ਜੀ ਆਖਣ ਲੱਗੇ ਇਹ ਗਿਆਨ ਦੀਆਂ ਗੱਲਾਂ ਕਰਨ ਵਾਲੇ ਦੁਨੀਆ ਤੋਂ ਸਿਰਫ ਦੁਨੀਆ ਦੀ ਸ਼ੋਭਾ ਦੇ ਭੁੱਖੇ ਹੁੰਦੇ ਨੇ, ਪਰ ਜਿਹੜਾ ਗੁਰੂ ਦੀ ਸ਼ਰਨ ਪਿਆ ਹੁੰਦਾ ਹੈ ਉਹ ਜੇ ਕੁਝ ਕਹੇਗਾ ਵੀ ਤੇ ਆਪਣੇ ਧੁਰ ਅੰਦਰੋਂ ਆਖੇਗਾ। ਬਹੁਤ ਘੱਟ ਬੋਲ ਉਹਦੇ ਤੋਂ ਨਿਕਲਦੇ ਹਨ। ਗਤ ਅਵਗਤ ਕਛ ਨਦਰ ਨ ਆਇਆ, ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਗਤ ਅਵਗਤ, ਗਤ ਤੋਂ ਭਾਵ ਮੁਕਤੀ ਤੇ ਅਵਗਤ ਤੋਂ ਭਾਵ ਮੁਕਤੀ ਤੋਂ ਉਲਟ ਹਾਲਤ, ਕਿ ਮੁਕਤੀ ਨਾ ਹੋਣੀ। ਇੱਕ ਪਾਸੇ ਗਤ ਤੋਂ ਭਾਵ ਕਿ ਗਤੀ ਪ੍ਰਾਪਤ ਕਰਨੀ, ਮੁਕਤੀ ਕਰਨੀ, ਮੁਕਤੀ ਪ੍ਰਾਪਤ ਕਰਨੀ, ਅਵਗਤ ਤੋਂ ਭਾਵ ਉਲਟਾ। ਪਾਤਸ਼ਾਹ ਜੀ ਆਖਣ ਲੱਗੇ ਕਛ ਨਦਰ ਨ ਆਇਆ, ਕਿਹੇ ਮਨੁੱਖੋ, ਕਿ ਜਿਸ ਮਨੁੱਖ ਨੇ ਫਿਰ ਸੰਤ ਜਨਾਂ ਦਾ ਜਾਂ ਸੰਗਤ ਦਾ, ਗੁਰੂ ਦੇ ਚਰਨਾਂ ਦਾ ਫਿਰ ਧਿਆਨ ਧਰਦਾ ਹੈ, ਉਸ ਨੂੰ ਇਸ ਗੱਲ ਵੱਲ ਧਿਆਨ ਬਿਲਕੁਲ ਨਹੀਂ ਹੁੰਦਾ। ਕਛ ਨਦਰ ਨਾ ਆਇਆ, ਨਦਰ ਤੋਂ ਭਾਵ ਵੇਖਣਾ, ਨਜ਼ਰ ਆਉਣਾ, ਕਿ ਉਹਦਾ ਧਿਆਨ ਫਿਰ ਇਸ ਵੱਲ, ਇਸ ਚੀਜ਼ ਵੱਲ ਨਹੀਂ ਹੁੰਦਾ ਕਿ ਮੁਕਤੀ ਕੀ ਹੈ ਤੇ ਨਾ ਮੁਕਤੀ ਕੀ ਹੈ, ਕਿ ਮੁਕਤੀ ਪ੍ਰਾਪਤ ਕਰਨਾ ਕੀ ਹੈ ਤੇ ਮੁਕਤੀ ਨਾ ਪ੍ਰਾਪਤ ਕਰਨ ਨਾਲ, ਭਾਵ ਮੁਕਤੀ ਪ੍ਰਾਪਤ ਨਾਲ ਕੀ ਹੁੰਦਾ ਤੇ ਮੁਕਤੀ ਨਾ ਪ੍ਰਾਪਤ ਕਰਨ ਨਾਲ ਕੀ ਹੁੰਦਾ ਹੈ।
कि जिहड़ा उस मालक दे चरनां नाल जुड़िया हुंदा ਉਹ इस चीज़ का भुखा नहीं रहिंदा, ਉਹਦਾ इस पासे ध्यान नहीं रहिंदा है। संतन की रेण नानक दान पाया। हे नानक, फिर जिस मनुख ने संत जनां दे चरनां दी धूड़ दा दान प्राप्त कर लिया, भाव साध संगत विच जिहड़ा मनुख जुड़ गया है, उहनूं फिर मुक्ति ते नाम मुक्ति दे वल उहदा कोई ध्यान नहीं जाता है कि ये की हुंदा है। वो फिर उस मालक दे नाल ही जुड़ जाता है। नानक दान पाया कि फिर उसनूं हर पासे मालक ही दिसदा है ते प्रभु दी याद ही उसदा फिर निशाना जिहड़ा है वो बन जाता है। सतगुरु पातशाह जी रहमत करन। 96 शब्दां दी जिहड़ी विचार है आपां वो संपूर्ण कर लई है। होईयां भुल्लां दी खिमा फतेह प्रवान गुरु जी। वाहिगुरू जी का खालसा वाहिगुरू जी की फतेह।